ਵਾਹਿਗੁਰੂ 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 ਵਾਹਿਗੁਰੂ। ਗੁਰੂ ਪਿਆਰੀ ਗੁਰੂ ਸਵਾਰੀ ਗੁਰ ਸਾਧ ਸੰਗਤ ਜੀਓ, ਆਪਾਂ ਵਿਚਾਰ ਕਰਦੇ ਹਾਂ ਕਿ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਕਰਨ ਵਾਸਤੇ ਕਿਸ ਮਾਰਗ ਦਾ ਜਿਹੜਾ ਜਾਣਕਾਰੀ ਹੈ, ਕਿਸ ਮਾਰਗ ਦਾ ਸਾਨੂੰ ਅਨੁਭਵ ਕਰਾਉਂਦੇ ਹੈ ਕਿ ਸਾਨੂੰ ਪਰਮਪਿਤਾ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇ। ਤੋ ਸਤਿਗੁਰੂ ਸਾਨੂੰ ਬਖਸ਼ਿਸ਼ ਕਰਦੇ ਆ ਭਾਈ ਜਪ। ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਰੂਆਤ ਦੇ ਵਿੱਚ ਜੋ ਬਾਣੀ ਗੁਰਬਾਣੀ ਜਪਜੀ ਸਾਹਿਬ ਦੀ ਸ਼ੁਰੂਆਤ ਹੈ, ਉਸ ਦੇ ਵਿੱਚ ਸਤਿਗੁਰੂ ਬਖਸ਼ਿਸ਼ ਕਰਦੇ ਆ ਕਿ ਉਹ ਪਰਮਪਿਤਾ ਪਰਮਾਤਮਾ ਕੀ ਹੈ ਅਤੇ ਉਸ ਦਾ ਜਪ ਕਿਵੇਂ ਕਰਨਾ ਹੈ। ਤੋ ਸਾਧ ਸੰਗਤ ਜੀ, ਗੁਰੂ ਸਾਹਿਬ ਬਖਸ਼ ਕਰਦੇ ਆ, ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਪਰਮਪਿਤਾ ਪਰਮਾਤਮਾ ਦੇ ਭੇਦ ਹੈ, ਪਰਮਪਿਤਾ ਪਰਮਾਤਮਾ ਦੇ ਗੁਣ ਹੈ, ਪਰਮਪਿਤਾ ਪਰਮਾਤਮਾ ਦੀ ਸਿਫਤ ਸਲਾਹ ਵੀ ਹੈ। ਗੁਰੂ ਸਾਹਿਬ ਕਹਿੰਦੇ ਆ ਭਾਈ ਇੱਕ ਓਂਕਾਰ ਜਿਹੜਾ ਹੈ ਉਸ ਦਾ ਜਪ ਕਰੋ। ਇਹ ਗੁਰੂ ਪ੍ਰਸਾਦ ਦੁਆਰਾ ਪ੍ਰਾਪਤ ਹੁੰਦਾ ਹੈ ਅਤੇ ਗੁਰੂ ਸਾਹਿਬ ਕਹਿੰਦੇ ਆ ਭਾਈ ਇਸ ਦਾ ਜਪ ਕਰੋ। ਜਪ ਕੀ ਹੈ? ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਉਹ ਪਰਮਪਿਤਾ ਪਰਮਾਤਮਾ ਆਦ ਦੇ ਵਿੱਚ ਵੀ ਸੱਚ ਸੀ, ਜੁਗਾਦ ਦੇ ਵਿੱਚ ਵੀ ਸੱਚ ਸੀ, ਹੈ ਵੀ ਸੱਚ, ਹੁਣ ਵੀ ਸੱਚ ਹੈ, ਹੋਸੀ ਵੀ ਸੱਚ, ਅੱਗੇ ਵੀ ਸੱਚ ਰਹੇਗਾ। ਇਸ ਦਾ ਜਪ ਕਰੋ ਭਾਈ। ਅਤੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ ਭਾਈ। ਗੁਰੂ ਸਾਹਿਬ ਜਪਜੀ ਸਾਹਿਬ ਦੇ ਵਿੱਚ ਸਾਨੂੰ ਬਖਸ਼ਿਸ਼ ਕਰਦੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਘਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸੁਮਾਈ। ਜਦੋਂ ਗੁਰੂ ਦਾ ਗੁਰਮੁਖ ਪਿਆਰਾ ਗਾਵੀਐ, ਪਰਮਾਤਮਾ ਦਾ ਨਾਮ ਜਦੋਂ ਅਸੀਂ ਜਪ ਕਰਨਾ ਹੈ ਉਦੋਂ ਪਰਮਾਤਮਾ ਦਾ ਨਾਮ ਗਾਉਣਾ ਹੈ, ਵਾਹ ਗੁਰੂ ਵਾਹ ਗੁਰੂ ਵਾਹ ਗੁਰੂ। ਅਤੇ ਗੁਰੂ ਸਾਹਿਬ ਕਹਿੰਦੇ ਆ ਵੀ ਜਦੋਂ ਇਸ ਨੂੰ ਅਸੀਂ ਗਾਵੀਐ ਸੁਣੀਐ ਮਨ ਰੱਖੀਐ ਭਾਉ, ਇਹਨੂੰ ਵਾਹਿਗੁਰੂ ਦਾ ਨਾਮ ਨੂੰ ਅਸੀਂ ਗਾਈਏ ਅਤੇ ਕੰਨਾਂ ਦੁਆਰਾ ਸੁਣੀਏ ਅਤੇ ਮਨ ਦੇ ਵਿੱਚ ਪਰਮਾਤਮਾ ਦੇ ਪ੍ਰਤੀ ਪਿਆਰ ਰੱਖੀਏ ਤਾਂ ਸਾਨੂੰ ਪਰਮਪਿਤਾ ਪਰਮਾਤਮਾ ਦੀ ਨੇੜਤਾ ਹੋਣੀ ਸ਼ੁਰੂ ਹੋ ਜਾਂਦੀ ਹੈ। ਸਾਡਾ ਪਰਮਪਿਤਾ ਪਰਮਾਤਮਾ ਨਾਲ ਜੋੜ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਤਰ੍ਹਾਂ ਦੇ ਨਾਲ ਗੁਰਮੁਖ ਪਿਆਰੀ ਰੂਹ ਜਿਹੜੀ ਹੈ ਹੌਲੀ ਹੌਲੀ ਇਹ ਨਾਮ ਸਿਮਰਨ ਕਰਦੀ ਹੋਈ ਹੈ, ਜਪ ਕਰਦੀ ਹੋਈ ਹੈ, ਤਪ ਕਰਦੀ ਹੋਈ ਪਰਮਾਤਮਾ ਵੱਲ ਨੂੰ ਅੱਗੇ ਵੱਧ ਜਾਂਦੀ ਹੈ, ਪਰਮਾਤਮਾ ਦੇ ਨੇੜੇ ਹੋਣੀ ਸ਼ੁਰੂ ਹੋ ਜਾਂਦੀ ਹੈ। ਤੋ ਸਾਧ ਸੰਗਤ ਜੀ, ਗੁਰੂ ਸਾਹਿਬ ਨੇ ਅੱਗੇ ਫਿਰ ਬਖਸ਼ਿਆ, ਸੁਣਿਆ ਮੰਨਿਆ ਮਨ ਕੀਤਾ ਭਾਉ। ਗਾਵੀਐ ਸੁਣੀਐ ਮਨ ਰੱਖੀਐ ਭਾਉ, ਠੀਕ ਹੈ, ਪਰ ਇਸ ਤੋਂ ਅੱਗੇ ਵੀ ਗੁਰੂ ਸਾਹਿਬ ਕਹਿੰਦੇ ਆ ਵੀ ਇਸ ਨੂੰ ਮਨ ਦੇ ਅੰਦਰ ਮੰਨ ਲਓ। ਸੁਣਿਆ ਸੁਣ ਲਿਆ, ਕੰਨਾਂ ਦੁਆਰਾ ਸਾਡੇ ਅੰਦਰ ਚਲਾ ਗਿਆ, ਸਾਡੇ ਹਿਰਦੇ ਦੇ ਵਿੱਚ ਚਲਾ ਗਿਆ, ਸਾਡੇ ਮਨ ਨੇ ਇਸ ਨੂੰ ਧਾਰਨ ਕਰ ਲਿਆ। ਗਾਵੀਐ ਸੁਣੀਐ ਮਨ ਸੁਣਿਐ ਮੰਨਿਐ ਮਨ ਕੀਤਾ ਭਾਉ। ਪਹਿਲੇ ਗਾਵੀਐ ਸੁਣੀਐ ਮਨ ਰੱਖੀਐ ਭਾਉ, ਫਿਰ ਅੱਗੇ ਗੁਰੂ ਸਾਹਿਬ ਨੇ ਕਿਹਾ ਸੁਣਿਆ ਮੰਨਿਆ ਮਨ ਕੀਤਾ ਭਾਉ। ਅੰਤਰਗਤ ਤੀਰਥ ਮਲ ਨਹਾਓ। ਇਸ ਜਪ ਦਾ, ਇਸ ਵਾਹਿਗੁਰੂ ਨਾਮ ਦਾ ਜਦੋਂ ਅਸੀਂ ਸੁਣ ਕੇ ਇਸ ਨੂੰ ਆਪਣੇ ਹਿਰਦੇ ਦੇ ਵਿੱਚ ਮੰਨ ਲਵਾਂਗੇ, ਜਦੋਂ ਮੰਨ ਲਵਾਂਗੇ ਅਤੇ ਗੁਰੂ ਸਾਹਿਬ ਕਹਿੰਦੇ ਆ ਅੰਤਰਗਤ ਤੀਰਥ ਮਲ ਨਹਾਓ। ਇਹ ਤੀਰਥ ਹੈ, ਇੱਥੇ ਇਸ ਨਾਮ ਦੇ ਸਿਮਰਨ ਦੁਆਰਾ ਜਦੋਂ ਅਸੀਂ ਮਲ ਕੇ ਸਾਡੀ ਰੂਹ ਜਿਹੜੀ ਹੈ, ਸਾਡੀ ਆਤਮਾ ਜਿਹੜੀ ਹੈ ਇਸ ਦਾ ਸਿਮਰਨ ਕਰੇਗੀ ਔਰ ਇਸ ਦੇ ਨਾਲ ਮਲ ਕੇ ਨਹਾਏਗੀ ਤਾਂ ਸਾਡੇ ਪਾਪਾਂ ਦੀ ਮੈਲ, ਜਨਮਾਂ ਜਨਮਾਂ ਦੇ ਪਾਪਾਂ ਦੀ ਮੈਲ ਜਿਹੜੀ ਹੈ ਇਹ ਨਾਮ ਸਿਮਰਨ ਨੇ, ਇਹ ਜਪ ਨੇ ਉਤਾਰ ਦੇਣੀ ਹੈ, ਪਰਮਾਤਮਾ ਦੀ
ਕਿਰਪਾ ਦੇ ਨਾਲ, ਕਿਉਂਕਿ ਗੁਰੂ ਪ੍ਰਸਾਦ ਦੁਆਰਾ ਹੀ ਇਹ ਪਰਮਾਤਮਾ ਦੀ ਪ੍ਰਾਪਤੀ ਹੋਣੀ ਹੈ। ਇਹ ਨਾਮ ਵੀ ਗੁਰੂ ਪ੍ਰਸਾਦ ਦੁਆਰਾ ਹੀ ਸਾਨੂੰ ਪ੍ਰਾਪਤ ਹੁੰਦਾ ਹੈ, ਜਪਿਆ ਵੀ ਇਹ ਗੁਰੂ ਪ੍ਰਸਾਦ ਦੁਆਰਾ ਹੀ ਜਾਂਦਾ ਹੈ, ਔਰ ਮੈਲ ਵੀ ਜਿਹੜੀ ਹੈ ਗੁਰੂ ਪ੍ਰਸਾਦ ਦੁਆਰਾ ਹੀ ਕੱਟੀ ਜਾਂਦੀ ਹੈ। ਹੁਣ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ ਭਾਈ, ਇੱਕ ਦੋ ਕਿ ਅਸੀਂ ਗਾਉਣਾ ਕਿਵੇਂ ਹੈ, ਕੀ ਅਵਸਥਾ ਹੋਣੀ ਚਾਹੀਦੀ ਹੈ ਸਾਡੀ, ਕੀ ਪ੍ਰੇਮ ਹੋਣਾ ਚਾਹੀਦਾ ਪਰਮਾਤਮਾ ਨਾਲ। ਕਹਿੰਦੇ ਆ ਇੱਕ ਦੂਜੀ ਪਉ ਲੱਖ ਹੋ ਹੈ, ਲੱਖ ਹੋਵੈ ਲੱਖ ਵੀਸ, ਲੱਖ ਲੱਖ ਗੇੜਾ ਆਖੀਐ, ਏਕ ਨਾਮ ਜਗਦੀਸ਼। ਕਹਿੰਦੇ ਵੀ ਸਾਡੀ ਜੀਭ ਜਿਹੜੀ ਹੈ ਨਾ ਇੰਨੀ ਸੁਰਤੀ ਦੇ ਵਿੱਚ ਸਮਰਪਿਤ ਹੋ ਜਾਵੇ ਪਰਮਾਤਮਾ ਨੂੰ ਕਿ ਇੱਕ ਜੀਭ ਜਿਹੜੀ ਹੈ ਉਹ ਲੱਖ ਜੀਭਾਂ ਦਾ ਕੰਮ ਕਰੇ। ਮਤਲਬ ਜਦੋਂ ਅਸੀਂ ਇੱਕ ਵਾਰੀ ਵਾਹਿਗੁਰੂ ਕਹੀਏ ਤਾਂ ਐਸੀ ਅਵਸਥਾ ਬਣ ਜਾਵੇ ਕਿ ਸਾਡੀ ਭਾਵਨਾ ਐਸੀ ਹੋ ਜਾਵੇ ਕਿ ਲੱਖ 20 ਲੱਖ ਵਾਰ, ਮਤਲਬ ਇੱਕ ਵਾਰੀ ਕਿਹਾ ਹੋਇਆ ਵੀ ਐਸਾ ਪ੍ਰਭਾਵ ਦੇਵੇ ਕਿ ਉਹ 20 ਲੱਖ ਵਾਰ ਬਣ ਜਾਵੇ। ਅਤੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ ਭਾਈ। ਗੁਰੂ ਸਾਹਿਬ ਕਹਿੰਦੇ ਆ ਇਸ ਤਰ੍ਹਾਂ ਦੇ ਨਾਲ ਜੇ ਕਿਤੇ ਸਾਡੀ ਜੀਭ ਲੱਖ ਲੱਖ ਗੇੜਾ ਆਖੀਐ, ਏਕ ਨਾਮ ਜਗਦੀਸ਼। ਅਤੇ ਇਸ ਤਰ੍ਹਾਂ ਦੇ ਨਾਲ ਇਹ ਪਰਮਪਿਤਾ ਪਰਮਾਤਮਾ ਦਾ ਨਾਮ ਜਿਹੜਾ ਹੈ, ਜਗਦੀਸ਼ ਦਾ ਨਾਮ ਜਿਹੜਾ ਹੈ, ਲੱਖ ਗੇੜਾ ਲੱਖ ਵਾਰ ਆਖੀਏ। ਅਤੇ ਗੁਰੂ ਸਾਹਿਬ ਕਹਿੰਦੇ ਹੈ ਏਤ ਰਾ ਪਤ ਪਵੜੀਐ, ਚੜੀਐ ਹੋਏ ਅਕੀਸ। ਏਤ ਰਾਹ ਪਤ ਪਵੜੀਐ, ਇਸ ਰਾਹ ਦੇ ਵਿੱਚ ਫਿਰ ਸਾਨੂੰ ਪਤ ਪਰਮਾਤਮਾ ਦੀ ਪਤ ਦੀ ਪ੍ਰਾਪਤੀ ਹੁੰਦੀ ਹੈ, ਔਰ ਇਹ ਰਾਹ ਦੇ ਵਿੱਚ ਇਹ ਪਰਮਪਿਤਾ ਪਰਮਾਤਮਾ ਦੇ ਨਾਮ ਦੀਆਂ ਪੌੜੀਆਂ ਹੈ ਜਿਹੜੀਆਂ ਕਿ ਚੜ੍ਹ ਕੇ ਬੰਦਾ, ਜਿਹੜੀ ਰੂਹ ਜਿਹੜੀ ਹੈ ਸਾਡੀ, ਉਹ ਪਰਮਪਿਤਾ ਪਰਮਾਤਮਾ ਨਾਲ ਮਿਲਣ ਕਰ ਲੈਂਦੀ ਹੈ, ਔਰ ਪਰਮਪਿਤਾ ਪਰਮਾਤਮਾ ਦਾ ਹੀ ਸਰੂਪ ਬਣ ਜਾਂਦੀ ਹੈ। ਮਨੁੱਖ ਜਿਹੜਾ ਬੰਦਾ ਜਿਹੜਾ ਹੈ ਉਹ ਪਰਮਾਤਮਾ ਦਾ ਨਾਮ ਸਿਮਰਨ ਕਰਦਾ ਹੋਇਆ ਹੌਲੀ 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 ਪਰਮਾਤਮਾ ਦੇ ਨੇੜੇ ਜਾਂਦਾ ਹੋਇਆ ਪਰਮਾਤਮਾ ਦਾ ਹੀ ਸਰੂਪ ਬਣ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਹੈ ਜਿਨ੍ਹਾਂ ਨ ਵਿਸਰੇ ਨਾਮ, ਸੇ ਕਨੇਹਿਆ ਭੇਦ ਨ ਜਾਣੋ ਮੂਲ, ਸਾਈਂ ਜਿਹਾ। ਤੋ ਸਤਿਗੁਰੂ ਬਖਸ਼ਿਸ਼ ਕਰਦੇ ਆ ਇਸ ਤਰ੍ਹਾਂ ਦੇ ਨਾਲ ਭਾਈ ਨਾਮ ਸਿਮਰਨ ਕਰਨ ਵਾਲੀ ਰੂਹ ਨੂੰ ਪਰਮਪਿਤਾ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਪਰ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ ਭਾਈ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜ ਦੂਤ ਜਿਹੜੇ ਆ ਜਿੰਨਾ ਚਿਰ ਨਹੀਂ ਨਾ ਸਾਡੇ ਮਿਟਦੇ ਉਹਨਾਂ ਚਿਰ ਸਾਨੂੰ ਪਰਮਪਿਤਾ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਏਗੀ। ਅਸੀਂ ਪਰਮਾਤਮਾ ਦੇ ਅਗਾਂਹ ਵੱਲ ਅੱਗੇ ਵੱਲ ਨੂੰ ਵੱਧ ਕੇ ਨੇੜੇ ਨਹੀਂ ਹੋ ਸਕਾਂਗੇ। ਅਤੇ ਗੁਰੂ ਸਾਹਿਬ ਕਹਿੰਦੇ ਆ ਵੀ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਪਰਮਾਤਮਾ ਦੇ ਨਾਮ ਸਿਮਰਨ ਕਰਨ ਨਾਲ ਹੀ ਮਿਟਦੇ ਆ। ਫਿਰ ਇਹਨਾਂ ਦੀ ਥਾਂ ਦੇ ਉੱਤੇ ਸਾਡੇ ਹਿਰਦੇ ਦੇ ਵਿੱਚ ਧਰਮ, ਦਇਆ, ਸੰਤੋਖ, ਸੱਚ ਔਰ ਧੀਰਜ ਇਹ ਉਪਜਦੇ ਹੈ। ਧਰਮ, ਦਇਆ, ਸੰਤੋਖ, ਸੱਚ ਔਰ ਧੀਰਜ ਜਿਹੜਾ ਪਰਮਾਤਮਾ ਦੀ ਕਿਰਪਾ ਨਾਲ ਸਾਡੇ ਮਨ ਦੇ ਅੰਦਰ ਪੈਦਾ ਹੁੰਦਾ ਹੈ। ਅਸੀਂ ਉਸ ਪਰਮਪਿਤਾ ਪਰਮਾਤਮਾ ਦਾ ਨਾਮ ਸਿਮਰਨ ਕਰਦੇ ਹੋਏ ਚੰਗੇ ਗੁਣਾਂ ਦੇ ਧਾਰਨੀ ਹੋ ਜਾਂਦੇ ਹੈ, ਸੱਤ ਰਸਤੇ ਵੱਲ ਨੂੰ ਵਧਣਾ ਸ਼ੁਰੂ ਹੋ ਜਾਂਦੇ ਹਾਂ। ਪਰਮਾਤਮਾ ਦੇ ਨਾਮ ਸਿਮਰਨ ਦੇ ਸਦਕਾ ਪਰਮਾਤਮਾ ਵੱਲ ਨੂੰ ਸਾਡੀ ਜਿਹੜੀ ਰੂਹ ਜਿਹੜੀ ਹੈ ਉਹ ਚਾਲੇ ਪਾ ਦਿੰਦੀ ਹੈ। ਅਤੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ ਭਾਈ ਇਸ ਤਰ੍ਹਾਂ ਦੇ ਨਾਲ, ਜਿਵੇਂ ਸਾਨੂੰ ਗੁਰੂ ਸਾਹਿਬ ਨੇ ਦੱਸਿਆ ਨਾ ਕਿ 4 ਖੰਡ, ਧਰਮ ਖੰਡ, ਗਿਆਨ ਖੰਡ, ਸ਼ਰਮ ਖੰਡ, ਕਰਮ ਖੰਡ ਔਰ ਸੱਚਖੰਡ। ਇਸ ਤਰ੍ਹਾਂ ਫਿਰ ਸਾਨੂੰ ਸੱਚਖੰਡ ਦੀ ਪ੍ਰਾਪਤੀ ਹੋ ਜਾਂਦੀ ਹੈ। ਅਸੀਂ ਇਸ ਰਾਹ ਦੇ ਉੱਤੇ ਪੌੜੀਆਂ ਹੌਲੀ ਹੌਲੀ ਚੜ੍ਹਦੇ ਹੋਏ ਅਸੀਂ ਇਸ ਅਵਸਥਾ ਨੂੰ ਪ੍ਰਾਪਤ ਹੋ ਜਾਂਦੇ ਹਾਂ। ਅਤੇ ਗੁਰੂ ਸਾਹਿਬ ਕਹਿੰਦੇ ਆ ਏਤ ਰਾਹ ਪਤ ਪੌੜੀਆ, ਚੜ੍ਹਿਆ ਹੋਏ ਅਕੀਸ। ਇਸ ਰਾਹ ਦੇ ਉੱਤੇ ਚੱਲ ਕੇ ਨਾ, ਨਾਮ ਸਿਮਰਨ ਦੇ ਰਾਹ ਦੇ ਉੱਤੇ ਚੱਲ ਕੇ ਪਰਮਾਤਮਾ ਦੀ ਰੂਹ ਜਿਹੜੀ ਹੈ, ਭਗਤ ਜਿਹੜਾ ਹੈ, ਗੁਰਪਿਆਰੀ ਰੂਹ ਜਿਹੜੀ ਹੈ ਉਹ ਪਰਮਾਤਮਾ ਦੇ ਇੱਕ ਈਸ ਪਰਮਪਿਤਾ ਪਰਮਾਤਮਾ ਦੇ ਸਮਾਨ ਹੋ ਜਾਂਦੀ ਹੈ, ਪਰਮਾਤਮਾ ਹੀ ਹੋ ਜਾਂਦੀ ਹੈ। ਗੁਰੂ ਸਾਹਿਬ ਕਹਿੰਦੇ ਆ ਪਰ ਇਹ ਜ਼ੋਰ ਸਾਡਾ ਨਹੀਂ ਹੈ, ਇਹ ਗੁਰੂ ਦਾ ਪ੍ਰਸਾਦ ਹੈ, ਗੁਰੂ ਦੀ ਕਿਰਪਾ ਨਾਲ ਹੀ ਸਾਨੂੰ ਬਖਸ਼ਿਸ਼ ਹੁੰਦੀ ਹੈ। ਗੁਰੂ ਸਾਹਿਬ ਕਹਿੰਦੇ ਆਖਣ ਜੋਰ ਚੁਪੇ ਨਾ ਜੋਰ, ਜੋਰ ਨ ਮੰਗਣ ਦੇਣ ਨ ਜੋਰ, ਜੋਰ ਨ ਜੀਵਨ ਮਰਨ ਨ ਜੋਰ, ਜੋਰ ਨ ਰਾਜ ਮਾਲ ਮਨਸੂਰ, ਜੋਰ ਨ ਸੁਰਤੀ ਗਿਆਨ ਵਿਚਾਰ, ਜੋਰ ਨ ਜੁਗਤੀ ਛੁਟੇ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉਤਮ ਨੀਚ ਨ ਕੋਏ। ਉਹ ਪਰਮਪਿਤਾ ਪਰਮਾਤਮਾ ਦੇ ਹੱਥ ਸਾਰਾ ਜੋਰ ਹੈ, ਜੋ ਜਿਸ ਕਿਸੇ ਨੂੰ ਦੇਵੇ,
ਜਿਸ ਦੇਵੇ ਸੋਈ ਪਾਵੈ, ਉਹ ਗੁਰੂ ਕਿਰਪਾ ਕਰਦਾ ਹੈ ਤੇ ਉਸ ਨੂੰ ਉਸ ਦੀ ਪ੍ਰਾਪਤੀ ਹੁੰਦੀ ਹੈ। ਇਸ ਤਰ੍ਹਾਂ ਦੇ ਨਾਲ ਇਹ ਪਰਮ ਪਿਤਾ ਪਰਮਾਤਮਾ ਜੋ ਉੱਤਮ ਪੁਰਖ ਹੈ, ਆਪਣੇ ਪਿਆਰਿਆਂ ਨੂੰ ਆਪਣੇ ਬਾਂਹ ਫੜ ਕੇ ਆਪਣੇ ਰਸਤੇ 'ਤੇ ਚਲਾਉਂਦਾ ਔਰ ਬਾਂਹ ਫੜ ਕੇ ਆਪਣਾ ਨਾਮ ਜਪਾਉਂਦਾ। ਉਹ ਬਾਂਹ ਫੜ ਕੇ ਹੀ ਆਪਣੇ ਮਾਰਗ 'ਤੇ ਲਿਜਾ ਕੇ ਆਪਣੀ ਮੰਜ਼ਿਲ 'ਤੇ ਪਹੁੰਚਾ ਦਿੰਦਾ ਔਰ ਆਪਣੇ ਚਰਨਾਂ ਦੇ ਵਿੱਚ ਇਸ ਰੂਹ ਨੂੰ ਸੱਚਖੰਡ ਦੇ ਦੁਆਰੇ ਦੇ ਉੱਤੇ ਬਿਠਾ ਦਿੰਦਾ ਹੈ। ਤੋ ਸਾਧ ਸੰਗਤ ਜੀ, ਇਸ ਤਰ੍ਹਾਂ ਨਾਲ ਹੀ ਸਾਡੀ ਨਾਮ ਜਪਣ ਦੀ ਜਿਹੜੀ ਕੁਛ ਅਵਸਥਾ ਹੈ, ਕੁਛ ਗੁਰਬਾਣੀ, ਕੁਛ ਵਿਚਾਰ ਇਸ ਤਰ੍ਹਾਂ ਦੱਸਦੀ ਹੈ ਕਿ ਭਾਈ ਇਹ ਜਿਹੜੀ ਹੈ ਨਾ, ਜਦੋਂ ਅਸੀਂ ਨਾਮ ਸਿਮਰਨ ਕਰਦੇ ਹਾਂ ਅਤੇ ਨਾਭੀ ਦੇ ਥੱਲੇ ਜਿਹੜੀ ਹੈ ਇੱਕ ਕੁੰਡਲਨੀ ਸ਼ਕਤੀ ਕਹਿੰਦੇ ਆ ਇਸ ਨੂੰ, ਕੁੰਡਲਨੀ, ਕਿਉਂਕਿ ਇਹ ਸ਼ਕਤੀ ਇੱਕ ਐਸੀ ਹੈ ਕਿ ਜਿਹੜੀ ਕੁੰਡਲੀ ਮਾਰ ਕੇ ਸੱਪ ਦੀ ਤਰ੍ਹਾਂ, ਨਾਗਨੀ ਦੀ ਤਰ੍ਹਾਂ ਇਹ ਬੈਠੀ ਹੋਈ ਹੈ ਔਰ ਇਸ ਦਾ ਮੂੰਹ ਜਿਹੜਾ ਹੈ ਉਹ ਥੱਲੇ ਵੱਲ ਨੂੰ ਹੈ। ਔਰ ਥੱਲੇ ਵੱਲ ਨੂੰ ਜਦੋਂ ਇਹ ਵੱਧਦੀ ਹੈ, ਇਹ ਕਾਮ ਦੀ ਵਾਸਨਾ ਦੀ ਮਤਲਬ ਪ੍ਰਾਪਤੀ ਕਰਦੀ ਹੈ। ਕਾਮ ਵਾਸਨਾ ਪੈਦਾ ਹੁੰਦੇ ਹੈ ਔਰ ਬੰਦਾ ਸੰਸਾਰ ਦੇ ਵਿੱਚ ਰਚਦਾ ਹੋਇਆ, ਪਰ ਸੰਸਾਰ ਦੇ ਵਿੱਚ ਵਸਦਾ ਹੋਇਆ ਇਹ ਕਾਮ ਦੇ ਵਸ ਹੋ ਕੇ ਆਪਣੇ ਸਾਰਾ ਜੀਵਨ ਜਿਉਂਦਾ ਰਹਿੰਦਾ ਹੈ। ਇਹ ਜੀਵਨ ਸ਼ਕਤੀ ਵੀ ਹੈ। ਜੇ ਕਿਤੇ ਜੇ ਇਹ ਉੱਪਰ ਨੂੰ ਉੱਠ ਜਾਂਦੀ ਹੈ ਤੇ ਫਿਰ ਨਾਭੀ ਤੋਂ ਉੱਪਰ ਉੱਠ ਕੇ ਇਹ ਸਭ ਦ੍ਰਿਸ਼ਟਾਂਤ ਚੱਕਰ, ਉਸ ਤੋਂ ਅੱਗੇ ਮਣੀ ਚੱਕਰ, ਉਸ ਤੋਂ ਅੱਗੇ ਅਨਾਹਤ ਚੱਕਰ, ਉਸ ਤੋਂ ਅੱਗੇ ਵਿਸ਼ੁੱਧ ਚੱਕਰ ਜੋ ਕਿ ਕੰਠ ਦੇ ਵਿੱਚ ਹੁੰਦਾ ਹੈ, ਉਸ ਤੋਂ ਅੱਗੇ ਜਿਹੜਾ ਹੈ ਆਗਿਆਕਾਰੀ ਚੱਕਰ ਜੋ ਕਿ ਮਸਤਕ ਦੇ ਵਿੱਚ ਹੈ, ਉਸ ਨੂੰ ਪ੍ਰਾਪਤ ਕਰਦੀ ਹੋਈ, ਉਸ ਨੂੰ ਬਿੰਦੀ ਹੋਈ ਪਰਮ ਪਿਤਾ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦੀ ਹੈ। ਇਹ ਐਸੀ ਅਵਸਥਾ ਹੈ ਸ਼ਕਤੀ ਕੁੰਡਲਨੀ, ਜੇ ਨਾਮ ਜਪ ਕਰਿਆ ਹੀ ਇਹ ਉੱਪਰ ਨੂੰ ਉੱਠਦੀ ਹੈ ਅਤੇ ਪਰਮਾਤਮਾ ਵੱਲ ਨੂੰ ਲੈ ਜਾਂਦੀ ਹੈ। ਜੇ ਕਿਤੇ ਇਹ ਥੱਲੇ ਨੂੰ ਗਿਰ ਜਾਵੇ ਤਾਂ ਫਿਰ ਇਹ ਕਾਮ ਪੈਦਾ ਹੋ ਕੇ ਸੰਸਾਰ ਵੱਲ ਨੂੰ ਮੁੜ ਜਾਂਦੀ ਹੈ। ਸੰਸਾਰ ਦੇ ਰਾਗ ਰੰਗਾਂ ਦੇ ਵਿੱਚ ਵਿਚਰਦੀ ਹੋਈ ਇਹ ਆਪਣੇ ਆਪ ਨੂੰ 84 ਲੱਖ ਜੂਨੀਆਂ ਦਾ ਜਿਹੜਾ ਚੱਕਰ ਹੈ ਉਸ ਦੇ ਵਿੱਚ ਇਹ ਲਿਪਤ ਕਰ ਲੈਂਦੀ ਹੈ ਔਰ ਇਸ ਨੂੰ 84 ਲੱਖ ਜੂਨੀਆਂ ਦਾ ਦੋਸ਼ ਜਿਹੜਾ ਹੈ ਉਹ ਭੋਗਣਾ ਪੈਂਦਾ ਔਰ ਜੀਵਨ ਜਿਹੜਾ ਫਿਰ ਚੱਕਰ ਐਸਾ ਚੱਲਦਾ ਹੈ ਕਿ ਇਹ ਚੱਕਰ ਕਦੇ ਖਤਮ ਨਹੀਂ ਹੁੰਦਾ। ਇਹ ਆਵਾਗਮਨ ਸੰਸਾਰ ਤੋਂ ਇੱਕ ਰੂਹ ਆਉਂਦੀ ਹੈ, ਇੱਕ ਜੀਵਨ, ਇੱਕ ਜੂਨੀ ਧਾਰ ਕੇ ਇਹ ਰੂਹ ਆਉਂਦੀ ਹੈ, ਫਿਰ ਮਰ ਜਾਂਦੀ ਹੈ, ਦੂਜੀ ਜੂਨੀ ਧਾਰ ਕੇ ਫਿਰ ਆਉਂਦੀ ਹੈ, ਫਿਰ ਮਰ ਜਾਂਦੀ ਹੈ, ਤੀਜੀ ਜੂਨੀ ਧਾਰ ਕੇ ਫਿਰ ਆਉਂਦੀ ਹੈ, ਫਿਰ ਮਰ ਜਾਂਦੀ ਹੈ। ਇਸ ਤਰ੍ਹਾਂ ਨਾਲ ਇਹ ਜੂਨੀਆਂ ਦਾ ਚੱਕਰ ਜਿਹੜਾ 84 ਲੱਖ ਜੂਨੀਆਂ ਦਾ ਚੱਕਰ ਚੱਲਦਾ ਰਹਿੰਦਾ, ਜਦ ਤੱਕ ਸਤਿਗੁਰੂ ਦੀ ਕਿਰਪਾ ਦੁਆਰਾ ਨਾਮ ਅੰਮ੍ਰਿਤ ਦੀ ਪ੍ਰਾਪਤੀ ਕਰਕੇ ਗੁਰੂ ਕੋਲੋਂ ਨਾਮ ਸਿਮਰਨ ਨਹੀਂ ਕੀਤਾ ਜਾਂਦਾ, ਉਹਨਾਂ ਚਿਰ ਇਸ ਨੂੰ ਇਹ ਚੱਕਰ ਲੱਗਿਆ ਰਹਿੰਦਾ ਹੈ। ਪਰ ਜਦੋਂ ਇਹ ਰੂਹ ਨਾਮ ਸਿਮਰਨ ਕਰਕੇ ਪਰਮਾਤਮਾ ਦੀ ਸ਼ਰਨ ਹੋ ਕੇ ਨਾਮ ਚੱਕਰ ਨੂੰ ਇਹ ਪਰਮਾਤਮਾ ਦੀ ਕਿਰਪਾ ਨਾਲ ਕੁੰਡਲਨੀ ਤੋਂ ਨਾਭੀ ਦੇ ਥੱਲੇ ਜਿਹੜੀ ਹੈ ਕੁੰਡਲਨੀ, ਉਸ ਤੋਂ ਅਸੀਂ ਉੱਠ ਕੇ ਨਾਭੀ ਤੋਂ ਉੱਠ ਕੇ ਸਭ ਦ੍ਰਿਸ਼ਟਾਂਤ ਚੱਕਰ ਵੱਲ ਜਾਂਦੇ ਹਾਂ ਅਤੇ ਫਿਰ ਕੀ ਹੁੰਦਾ ਕਿ ਅਸੀਂ ਆਪਣੇ ਆਪ ਨੂੰ ਸਮਝਣਾ ਸ਼ੁਰੂ ਕਰਦੇ ਹਾਂ ਕਿ ਅਸੀਂ ਕੀ ਹਾਂ, ਕੌਣ ਹਾਂ, ਕਿੱਥੋਂ ਆਏ ਹਾਂ, ਕਿੱਥੇ ਜਾਣਾ ਹੈ। ਇਹ ਸਭ ਦ੍ਰਿਸ਼ਟਾਂਤ ਜਿਹੜਾ ਹੈ ਜਦੋਂ ਸਾਡੇ ਨਾਮ ਸਿਮਰਨ ਕਰਦੇ ਹਾਂ ਨਾ, ਤਾਂ ਸਾਨੂੰ ਸਭ ਤੋਂ ਪਹਿਲਾਂ ਕੀ ਹੁੰਦਾ ਹੈ, ਜਦੋਂ ਸਾਡੀ ਕੁੰਡਲਨੀ ਸ਼ਕਤੀ ਨਾਮ ਸਿਮਰਨ ਕਰਦੀ ਹੋਈ ਸਾਡੀ ਰੂਹ ਜਿਹੜੀ ਹੈ ਸਭ ਦ੍ਰਿਸ਼ਟਾਂਤ ਚੱਕਰ ਨੂੰ ਬਿੰਨਦੀ ਹੈ, ਉਦੋਂ ਕੀ ਹੁੰਦਾ ਹੈ ਕਿ ਸਾਨੂੰ ਸਭ ਤੋਂ ਪਹਿਲਾਂ ਪਰਮ ਪਿਤਾ ਪਰਮਾਤਮਾ ਦੀ ਕਿਰਪਾ ਨਾਲ ਮ੍ਰਿਤੂ ਦਾ ਭੈ ਜਿਹੜਾ ਹੈ ਉਹ ਖਤਮ ਹੋ ਜਾਂਦਾ ਹੈ। ਸਾਨੂੰ ਇਸ ਸੰਸਾਰ ਦੇ ਵਿੱਚੋਂ ਸਾਰਾ ਜਿਹੜਾ ਹੈ ਉਹ ਪਰਮਾਤਮਾ ਦਾ ਹੀ ਦਿਸਣਾ ਸ਼ੁਰੂ ਹੋ ਜਾਂਦਾ ਹੈ ਕਿ ਇਹ ਸਭ ਕਿਰਤ ਜਿਹੜੀ ਹੈ, ਸਾਰਾ ਸੰਸਾਰ ਜਿਹੜਾ ਹੈ, ਸਾਰੀ ਕੁਦਰਤ ਜਿਹੜੀ ਹੈ ਇਹ ਪਰਮ ਪਿਤਾ ਪਰਮਾਤਮਾ ਦੀ ਹੀ ਬਣਾਈ ਹੋਈ ਹੈ, ਪਰਮਾਤਮਾ ਦੇ ਹੁਕਮ 'ਚ ਚੱਲ ਰਹੀ ਹੈ। ਸਾਡੀ ਰੂਹ ਵੀ ਪਰਮ ਪਿਤਾ ਪਰਮਾਤਮਾ ਦੇ ਹੁਕਮ ਦੇ ਵਿੱਚ ਹੈ ਔਰ ਪਰਮ ਪਿਤਾ ਪਰਮਾਤਮਾ ਦੇ ਹੁਕਮ ਦੇ ਵਿੱਚ ਜੈਸੇ ਅਸੀਂ ਕਰਮ ਕਰਾਂਗੇ ਵੈਸੇ ਫਲ ਸਾਨੂੰ ਪ੍ਰਾਪਤ ਹੋਣਗੇ। ਇਹ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਨੂੰ ਸਭ ਦ੍ਰਿਸ਼ਟਾਂਤ ਚੱਕਰ ਦੇ ਵਿੱਚ ਇਹ ਪ੍ਰਾਪਤੀ ਹੁੰਦੀ ਹੈ। ਉਸ ਤੋਂ ਅੱਗੇ ਜਦੋਂ ਸਾਡੀ ਇਹ ਕੁੰਡਲਨੀ ਸ਼ਕਤੀ ਜਿਹੜੀ ਹੈ, ਜੀਵਨ ਸ਼ਕਤੀ ਜਿਹੜੀ ਹੈ, ਚੇਤਨਾ ਜਿਹੜੀ ਹੈ, ਸਾਡੀ ਰੂਹ ਦੀ ਚੇਤਨਾ ਜਿਹੜੀ ਹੈ ਉਹ ਮਣੀ ਚੱਕਰ ਦੇ ਵਿੱਚ, ਮਨੀ ਭਾਵ ਮਨ ਦੇ ਫੁਰਨਿਆਂ ਦਾ ਖਤਮ ਹੋ ਜਾਣਾ, ਜਦੋਂ ਮਣੀ ਚੱਕਰ ਨੂੰ ਵੇਧ ਲੈਂਦੀ ਹੈ ਇਹ ਨਾਮ ਸਿਮਰਨ ਕਰਦੀ ਹੋਈ ਸਾਡੀ ਰੂਹ ਜਿਹੜੀ ਆ ਮਣੀ ਚੱਕਰ ਤੋਂ ਉੱਠੇ ਅੱਗੇ ਚਲੀ ਜਾਂਦੀ ਹੈ, ਮਣੀ ਚੱਕਰ ਨੂੰ ਵੇਧ ਕੇ ਉਦੋਂ ਮਨ ਦੇ ਫੁਰਨੇ ਜਿਹੜੇ ਹੈ ਸਾਡੇ ਉਹ ਸਭ ਖਤਮ ਹੋ ਜਾਂਦੇ ਹੈ ਔਰ ਅਸੀਂ ਪਰਮ ਪਿਤਾ ਪਰਮਾਤਮਾ ਦੀ ਸ਼ਰਨ ਦੇ ਵਿੱਚ ਸਿਰਫ ਪਰਮ ਪਿਤਾ ਪਰਮਾਤਮਾ ਦਾ ਹੀ ਸੋਚਣਾ ਸ਼ੁਰੂ ਕਰ ਦਿੰਦੇ। ਜੇ ਕਿਤੇ ਅਸੀਂ ਥੱਲੇ ਨੂੰ ਚਲੇ ਜਾਈਏ ਤਾਂ ਥੱਲੇ ਨੂੰ ਇਹ ਸਾਡਾ ਮਨ ਜਿਹੜਾ ਹੈ ਗਿਰਦਾ ਹੋਇਆ ਕਾਮ ਵਾਸਨਾ ਦੇ ਵਿੱਚ ਗਿਰਦਾ ਹੋਇਆ, ਸੰਸਾਰ ਦੇ ਰੰਗਾਂ ਦੇ ਵਿੱਚ ਫਸਿਆ ਹੋਇਆ,
ਕੁਮੱਤ ਦੇ ਵਿੱਚ ਫਸਿਆ ਹੋਇਆ, ਦੁਰਮੱਤ ਦੇ ਵਿੱਚ ਫਸਿਆ ਹੋਇਆ, ਇਹ ਨਰਕ ਨੂੰ ਪ੍ਰਾਪਤ ਕਰਦਾ ਹੈ। ਪਰ ਜੇ ਇਹ ਕੁੰਡਲਨੀ ਸ਼ਕਤੀ ਜਿਹੜੀ ਹੈ ਇਹ ਮਣੀ ਚੱਕਰ ਨੂੰ ਪ੍ਰਾਪਤ ਕਰਦੀ ਹੈ ਤੇ ਫਿਰ ਮਨ ਸਾਡਾ ਜਿਹੜਾ ਹੈ ਮਣੀ ਚੱਕਰ ਨੂੰ ਵੇਦ ਕੇ ਇਹ ਅੱਗੇ ਟੱਪਦੀ ਹੈ ਤੇ ਮਨ ਦੇ ਸਾਡੇ ਫੁਰਨੇ ਸਾਰੇ ਖਤਮ ਹੋ ਜਾਂਦੇ ਹੈ। ਮਨ ਦੇ ਵਿੱਚੋਂ ਭੈ ਖਤਮ ਹੋ ਜਾਂਦਾ ਹੈ। ਮਨ ਜਿਹੜਾ ਹੈ ਵਿਚਾਰਾਂ ਦੇ ਵਿੱਚ, ਐਸੇ ਵਿਚਾਰਾਂ ਦੇ ਵਿੱਚ ਆਪਣੇ ਆਪ ਨੂੰ ਲੀਨ ਕਰਨਾ ਸ਼ੁਰੂ ਕਰ ਦਿੰਦਾ ਹੈ ਕਿ ਜੋ ਪਰਮਪਿਤਾ ਪਰਮਾਤਮਾ ਦੀ ਕਿਰਪਾ ਨਾਲ ਸਾਨੂੰ ਗੁਰਮਤਿ ਦੀ ਬਖਸ਼ਿਸ਼ ਹੁੰਦੀ ਹੈ, ਸਭ ਗੁਣਾਂ ਦੀ, ਸਦਗੁਣਾਂ ਦੀ ਬਖਸ਼ਿਸ਼ ਹੁੰਦੀ ਹੈ। ਅਵਗੁਣਾਂ ਦਾ ਅਸੀਂ ਮੇਟਣਾ ਸ਼ੁਰੂ ਕਰ ਦਿੰਦੇ ਹਾਂ। ਸਾਨੂੰ ਇਹ ਗਿਆਨ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਕਿਹੜੇ ਗੁਣ ਚੰਗੇ ਹੈ, ਕਿਹੜੇ ਗੁਣ ਮਾੜੇ ਹੈ। ਇਹਨਾਂ ਗੁਣਾਂ ਨੂੰ ਅਸੀਂ ਧਾਰਨ ਕਰਦੇ ਹੋਏ ਅੱਗੇ ਵੱਲ ਨੂੰ ਜਦੋਂ ਪ੍ਰਮਾਤਮਾ ਦਾ ਨਾਮ ਸਿਮਰਨ ਕਰਦੇ ਹਨ ਤੇ ਫਿਰ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ ਕਿ ਸਾਨੂੰ ਅਨਾਹਦ ਚੱਕਰ ਦੇ ਵਿੱਚ ਪ੍ਰਵਿਸ਼ਟ ਹੋ ਕੇ ਅਨਾਹਦ ਚੱਕਰ ਨੂੰ ਬਿੰਨਣਾ ਪੈਂਦਾ ਹੈ। ਬਿੰਨ ਕੇ ਫਿਰ ਅਸੀਂ ਇਹ ਸਾਡੀ ਰੂਹ ਜਿਹੜੀ ਹੈ ਨਾਮ ਸਿਮਰਨ ਕਰਦੀ ਹੋਈ ਪ੍ਰਮਾਤਮਾ ਦੀ ਕਿਰਪਾ ਨਾਲ ਅੱਗੇ ਵੱਲ ਨੂੰ ਵੱਧਦੀ ਹੈ। ਔਰ ਇਹ ਅਨਾਹਦ ਚੱਕਰ ਜਦੋਂ ਇਹ ਬਿੰਨਦੀ ਹੈ ਉਦੋਂ ਸਾਡੇ ਗੁਰੂ ਦੀ ਕਿਰਪਾ ਹੁੰਦੀ ਹੈ ਕਿ ਸਾਨੂੰ ਅਨਹਦ ਧੁਨ ਦੀ ਪ੍ਰਾਪਤੀ ਹੋਣੀ ਸ਼ੁਰੂ ਹੋ ਜਾਂਦੀ ਹੈ। ਅਤੇ ਗੁਰੂ ਸਾਹਿਬ ਕਹਿੰਦੇ ਆ ਭਾਈ ਜਦੋਂ ਇਹ ਅਨਾਹਦ ਦੀ ਪ੍ਰਾਪਤੀ ਸ਼ੁਰੂ ਹੋ ਜਾਂਦੀ ਹੈ ਨਾ ਅਤੇ ਉਦੋਂ ਸਾਡਾ ਮਨ ਜਿਹੜਾ ਹੈ ਉਹ ਥੱਲੇ ਵੱਲ ਨੂੰ ਨਹੀਂ ਪ੍ਰਮਾਤਮਾ ਦੇ ਵੱਲ ਨੂੰ ਜਾਣਾ ਸ਼ੁਰੂ ਕਰ ਦਿੰਦਾ। ਪ੍ਰਮਾਤਮਾ ਦੇ ਸੰਗੀਤ, ਪ੍ਰਮਾਤਮਾ ਦੇ ਬੋਲ, ਪਰਮਾਤਮਾ ਦੀਆਂ ਗੱਲਾਂ, ਪਰਮਾਤਮਾ ਦੇ ਵਿਚਾਰ, ਹਰ ਤਰ੍ਹਾਂ ਨਾਲ ਪਰਮਾਤਮਾ ਦੇ ਨਾਲ ਆਪਣੀ ਰੂਹ ਨੂੰ ਜੋੜ ਕੇ ਰੱਖਣਾ, ਪਰਮਾਤਮਾ ਦੀ ਸ਼ਰਨਾਗਤ ਰੱਖਣਾ। ਔਰ ਇਸ ਤਰ੍ਹਾਂ ਦੇ ਨਾਲ ਜਦੋਂ ਸਾਡੇ ਵਿਚਾਰ ਬਣਦੇ ਹੈ ਦੁਰਮਤ ਵਿਚਾਰਾਂ ਦੀ ਖਾਤਮਾ ਹੋ ਜਾਂਦਾ ਹੈ। ਭਲੇ ਵਿਚਾਰ ਜਿਹੜੇ ਹੈ ਗੁਰੂ ਦੀ ਕਿਰਪਾ ਨਾਲ ਸਾਡੇ ਮਨ ਦੇ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਔਰ ਅਸੀਂ ਇਹਨਾਂ ਵਿਚਾਰਾਂ ਦੇ ਸਦਕਾ ਪਰਮਾਤਮਾ ਦੀ ਸ਼ਰਨਾਗਤ ਹੋ ਕੇ ਪਰਮਪਿਤਾ ਪਰਮਾਤਮਾ ਵੱਲ ਨੂੰ, ਅੱਗੇ ਵੱਲ ਨੂੰ ਸਾਡੀ ਰੂਹ ਜਿਹੜੀ ਹੈ ਉਹ ਚਾਲੇ ਪਾਉਂਦੀ ਹੈ। ਇਸ ਤਰ੍ਹਾਂ ਦੇ ਨਾਲ ਅਸੀਂ ਗਾਂਹ ਅੱਗੇ ਜਿਹੜੇ ਹੈ ਵਿਸ਼ੁੱਧ ਚੱਕਰ ਆਉਂਦਾ ਹੈ ਔਰ ਵਿਸ਼ੁੱਧ ਚੱਕਰ ਨੂੰ ਇਹ ਸਾਡੀ ਰੂਹ ਜਿਹੜੀ ਹੈ, ਇਹ ਸਾਡੀ ਕੁੰਡਲਨੀ ਸ਼ਕਤੀ ਜਿਹੜੀ ਹੈ, ਪਰਮਾਤਮਾ ਦੀ ਸ਼ਕਤੀ। ਰੂਹ ਕੀ ਹੈ? ਪਰਮਾਤਮਾ ਦੀ ਸ਼ਕਤੀ ਹੈ, ਪਰਮਾਤਮਾ ਦੀ ਜੋਤ ਹੈ। ਪਰਮਾਤਮਾ ਦੀ ਜੋਤ ਹੀ ਜਿਹੜੀ ਹੈ ਇਹ ਸਾਡੇ ਸਰੀਰ ਦੇ ਵਿੱਚ ਗੁਰੂ ਸਾਹਿਬ ਨੇ ਰੱਖੀ ਹੋਈ, ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ। ਅਤੇ ਇਹ ਰੂਹ ਹੀ ਜਿਹੜੀ ਹੈ ਇਹ ਕੁੰਡਲਨੀ ਸ਼ਕਤੀ ਹੁੰਦੀ ਹੈ। ਔਰ ਕੁੰਡਲਨੀ ਸ਼ਕਤੀ ਜਿਹੜੀ ਹੈ ਇਹ ਜਦੋਂ ਅਸੀਂ ਸ਼ਕਤੀ ਨਾਮ ਸਿਮਰਨ ਕਰਦੇ ਹਾਂ, ਸ਼ਕਤੀ ਉੱਪਰ ਉੱਠਦੀ ਹੋਈ ਅਨਾਹਦ ਚੱਕਰ ਨੂੰ ਜਦੋਂ ਇਹ ਬਿੰਨ ਲੈਂਦੀ ਹੈ ਉਦੋਂ ਸਾਡੇ ਸਾਰੇ ਗੁਰੂ ਦੀ ਕਿਰਪਾ ਨਾਲ ਹਰ ਸੰਸਾਰ ਦੇ ਵਿੱਚ ਪਸ਼ੂ ਵੀ ਜੇ ਬੋਲਦੇ ਹੈ ਅਤੇ ਉਹ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਪਰਮਾਤਮਾ ਦੀ ਆਵਾਜ਼ ਹੈ। ਪੰਛੀ ਜੇ ਚਹਿਕਦੇ ਹੈ ਅਤੇ ਸਾਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਪੰਛੀ ਵੀ ਵਾਹਿਗੁਰੂ ਵਾਹਿਗੁਰੂ ਨਾਮ ਸਿਮਰਨ ਕਰ ਰਹੇ ਹੈ। ਜੇ ਕਿਤੇ ਅਸੀਂ ਨਲਕਾ ਵੀ ਗੇੜ ਰਹੇ ਹਾਂ, ਪਾਣੀ ਜਲ ਡੁੱਲ ਰਿਹਾ ਅਤੇ ਜਲ ਚੱਲ ਰਿਹਾ, ਜਲ ਦੀ ਕਲ ਦੀ ਆਵਾਜ਼ ਆ ਰਹੀ ਹੈ ਅਤੇ ਸਾਡੀ ਰੂਹ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਇਹ ਪਰਮਪਿਤਾ ਪਰਮਾਤਮਾ ਦੀ ਆਵਾਜ਼ ਹੈ। ਸਾਨੂੰ ਇਸ ਤਰ੍ਹਾਂ ਮਹਿਸੂਸ ਹੋਣਾ ਲੱਗ ਜਾਂਦਾ ਕਿ ਸਾਰੇ ਚਾਰੋਂ ਪਾਸੇ ਸਾਡੇ ਅਨਾਹਤ ਧੁਨ ਗੂੰਜ ਰਹੀ ਹੈ, ਸਾਰੇ ਪਾਸੇ ਚਾਰੋਂ ਪਾਸੇ ਸਾਡੇ ਪਰਮਾਤਮਾ ਬੋਲ ਰਿਹਾ। ਸਾਡੇ ਚਾਰੋਂ ਪਾਸੇ ਅੰਦਰ ਵੀ ਬੋਲ ਰਿਹਾ, ਬਾਹਰ ਵੀ ਬੋਲ ਰਿਹਾ, ਸੰਸਾਰ ਦੇ ਵਿੱਚ ਵੀ ਬੋਲ ਰਿਹਾ। ਸੰਸਾਰ ਦੇ ਵਿੱਚ ਜਿੰਨੀ ਵੀ ਪਵਨ ਜਿਹੜੀ ਹੈ ਨਾ, ਗੁਰੂ ਸਾਹਿਬ ਨੇ ਕਿਹਾ ਪਵਨ ਗੁਰੂ ਪਾਣੀ ਪਿਤਾ, ਇਹ ਪਵਨ ਗੁਰੂ ਹੀ ਅਨਾਹਤ ਧੁਨ ਹੈ। ਇਹ ਸਾਰੇ ਪਾਸੇ ਚਾਰੋਂ ਪਾਸੇ ਸਾਡੇ ਜਿਹੜੀ ਹੈ ਇਹ ਗੂੰਜਦੀ ਹੈ। ਔਰ ਇਸ ਤਰ੍ਹਾਂ ਦੇ ਨਾਲ ਸਾਨੂੰ ਜਿਹੜਾ ਹੈ ਇਹ ਪਰਮਪਿਤਾ ਪਰਮਾਤਮਾ ਦੀ ਕਿਰਪਾ ਐਸੀ ਪ੍ਰਾਪਤ ਹੁੰਦੀ ਹੈ ਕਿ ਸਾਨੂੰ ਆਨੰਦ ਦੇ, ਖੁਸ਼ੀਆਂ ਦੇ, ਖੇੜੇ ਦੇ ਅਨੁਭਵ ਹੋਣੇ ਸ਼ੁਰੂ ਹੋ ਜਾਂਦੇ ਆ। ਔਰ ਸਾਡਾ ਮਨ ਜਿਹੜਾ ਹੈ ਪਰਮਾਤਮਾ ਦੀ ਚਰਨਾਂ ਦੇ ਵਿੱਚ, ਸਾਡੀ ਸੁਰਤੀ ਜਿਹੜੀ ਹੈ ਹਮੇਸ਼ਾ ਲਈ 24 ਘੰਟੇ ਵਾਹਿਗੁਰੂ ਵਾਹਿਗੁਰੂ ਨਾਮ ਸਿਮਰਨ ਜਪ ਦੁਆਰਾ ਜੁੜੀ ਹੋਈ ਇਹ ਪਰਮਪਿਤਾ ਪਰਮਾਤਮਾ ਦੀ ਸ਼ਰਨ ਦੇ ਵਿੱਚ ਰਹਿੰਦੀ ਹੈ, ਪਰਮਪਿਤਾ ਪਰਮਾਤਮਾ ਦੀ ਸੇਵਾ ਦੇ ਵਿੱਚ ਰਹਿੰਦੀ ਹੈ, ਪਰਮਪਿਤਾ ਪਰਮਾਤਮਾ ਦੇ ਪਿਆਰ ਦੇ ਵਿੱਚ ਰਹਿੰਦੀ ਹੈ, ਪਰਮਪਿਤਾ ਪਰਮਾਤਮਾ ਦੀ ਸ਼ਰਧਾ ਦੇ ਵਿੱਚ ਰਹਿੰਦੀ ਹੈ, ਭਾਵਨਾ ਦੇ ਵਿੱਚ ਰਹਿੰਦੀ ਹੈ। ਯਾਨੀ 24 ਘੰਟੇ ਸਾਨੂੰ ਪਰਮਪਿਤਾ ਪਰਮਾਤਮਾ ਹੀ ਦਿਖਾਈ ਦਿੰਦਾ ਹੈ। ਸਾਰੇ ਸੰਸਾਰ ਦੇ ਵਿੱਚ ਸਾਡੀ ਮੈਂ ਜਿਹੜੀ ਆ ਉਹ ਖਤਮ ਹੋ ਜਾਂਦੀ ਹੈ ਔਰ ਸਾਡੀ ਪਰਮਾਤਮਾ ਦੀ ਤੂੰ ਜਿਹੜੀ ਆ ਮਨ ਸਾਡਾ ਜਿਹੜਾ ਹੈ ਉਹ ਕਰਨ ਲੱਗ ਜਾਂਦਾ ਹੈ। ਇਸ ਤਰ੍ਹਾਂ ਦੀ ਅਨਾਹਤ ਧੁਨ ਫਿਰ ਸਾਡੇ 10ਵੇਂ ਦੁਆਰ ਦੇ ਵਿੱਚ ਗੂੰਜਦੀ ਹੈ, ਸਾਨੂੰ ਕੰਨਾਂ ਦੁਆਰਾ ਸੁਣਦੀ ਹੈ। ਔਰ ਇਸ ਤਰ੍ਹਾਂ ਦੇ ਨਾਲ ਇਹ ਅਨਾਹਤ ਧੁਨ ਜਿਹੜੀ ਹੈ ਸਾਨੂੰ ਗੁਰੂ ਸਾਹਿਬ ਨੇ ਕਿਹਾ ਹੈ ਕਿ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਪਾਇਆ, ਸਤਿਗੁਰ ਦਾ ਪਾਇਆ। ਉਦੋਂ ਸਤਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ ਜਦੋਂ ਅਨਾਹਤ ਧੁਨ ਦੀ ਵੱਜਣਾ ਸ਼ੁਰੂ ਹੋ ਜਾਂਦਾ ਹੈ, ਉਦੋਂ ਸਤਿਗੁਰੂ ਪਰਮਪਿਤਾ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਸਤਿਗੁਰੂਆਂ ਪਾਇਆ, ਸਤਿਗੁਰ ਦਾ ਪਾਇਆ ਸਹਿ ਛੇਤੀ, ਮਨ ਵਜੀਆਂ ਵਧਾਈਆਂ। ਸਾਡੇ ਮਨ ਦੇ ਵਿੱਚ ਰਾਗ ਜਿਹੜੇ ਹੈ ਮਨ ਵਜੀਆਂ ਵਧਾਈਆਂ। ਗੁਰੂ ਸਾਹਿਬ ਕਹਿੰਦੇ ਆ ਰਾਗਾਂ ਦੇ ਗਾਉਣ ਦੀ, ਸੰਗੀਤ ਦੇ ਚੱਲਣ ਦੀ ਸਾਨੂੰ
ਧੁਨ ਜਿਹੜੀ ਹੈ ਉਹ ਸੁਣਾਈ ਦੇਣੀ ਸ਼ੁਰੂ ਕਰ ਦਿੰਦੀ ਹੈ। ਗੁਰੂ ਸਾਹਿਬ ਇਸ ਤਰ੍ਹਾਂ ਨਾਲ ਬਖਸ਼ਿਸ਼ ਕਰਦੇ ਆ, ਭਾਈ ਆਨੰਦ ਭਇਆ ਮੇਰੀ ਮਾਏ ਸਤਿਗੁਰੂਆਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਛੇਤੀ ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣੇ ਆਈਆਂ, ਸ਼ਬਦ ਗਾਵੋ ਹਰੀ ਕੇਰਾ। ਭਾਈ ਗੁਰੂ ਸਾਹਿਬ ਜਦੋਂ ਇਹ ਅਨਹਦ ਧੁਨ ਵੱਜਣੀ ਆ, ਸਾਨੂੰ ਮਹਿਸੂਸ ਹੁੰਦਾ ਹੈ ਕਿ ਰਾਗ ਔਰ ਉਹਨਾਂ ਦੀਆਂ ਪਰੀਆਂ ਉਹ ਇਹ ਰਾਗ ਪ੍ਰਮਾਤਮਾ ਦੇ ਨਾਮ ਦਾ ਰਾਗ ਜਿਹੜਾ ਹੈ ਗਾਉਣ ਆਈਆਂ ਹੋਈਆਂ ਔਰ ਸਾਨੂੰ ਵਧਾਈਆਂ ਦੇ ਰਹੀਆਂ ਕਿ ਤੈਨੂੰ ਪਰਮ ਪਿਤਾ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਹੈ। ਗੁਰੂ ਸਾਹਿਬ ਇਹ ਕਹਿੰਦੇ ਆ ਮੈਨੂੰ ਸਤਿਗੁਰ ਦੀ ਪ੍ਰਾਪਤੀ ਹੋ ਗਈ। ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣੇ ਆਈਆਂ, ਸ਼ਬਦ ਤੱਕ ਗਾਵੋ ਹਰੀ ਕੇਰਾ, ਸ਼ਬਦੋ ਤੋਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਗੁਰੂ ਸਾਹਿਬ ਕਹਿੰਦੇ ਆ ਵੀ ਉਦੋਂ ਸਤਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਤਰ੍ਹਾਂ ਨਾਲ ਸਾਡੀ ਇਹ ਰੂਹ ਜਿਹੜੀ ਹੈ ਇਹ ਜਪ ਕਰਦੀ ਹੋਈ, ਤਪ ਕਰਦੀ ਹੋਈ, ਨਾਮ ਸਿਮਰਨ ਕਰਦੀ ਹੋਈ ਜਿਹੜੀ ਹੈ ਵਿਸ਼ੁੱਧ ਚੱਕਰ ਦੇ ਵਿੱਚ ਪਹੁੰਚ ਜਾਂਦੀ ਹੈ। ਵਿਸ਼ੁੱਧ ਚੱਕਰ ਨੂੰ ਪਹੁੰਚ ਕੇ ਜਿਹੜੀ ਹੈ ਇਹ ਵਿਸ਼ੁੱਧ ਚੱਕਰ ਜਿਹੜਾ ਕਿ ਸਾਡੇ ਕੰਠ ਦੇ ਵਿੱਚ ਇਹ ਜਿਹੜੀ ਰੂਹ ਜਿਹੜੀ ਹੈ ਸਾਡੀ ਅਵਸਥਾ ਐਸੀ ਬਣ ਜਾਂਦੀ ਹੈ ਕਿ ਸਾਡੀ ਰੂਹ ਜੋ ਵੀ ਬੋਲਦੀ ਹੈ ਕੰਠ ਦੇ ਵਿੱਚੋਂ ਉਹ ਪਰਮ ਪਿਤਾ ਪਰਮਾਤਮਾ ਦੀ ਸ਼ਰਨ ਦੇ ਵਿੱਚ ਹੋ ਕੇ ਪਰਮ ਪਿਤਾ ਪਰਮਾਤਮਾ ਦਾ ਸੱਚ ਬੋਲਦੀ ਹੈ। ਕੂੜ ਇਹਦਾ ਜਿਹੜਾ ਬਿਲਕੁਲ ਖਤਮ ਹੋ ਜਾਂਦਾ, ਅਵਗੁਣ ਇਹਦੇ ਜਿਹੜੇ ਬਿਲਕੁਲ ਖਤਮ ਹੋ ਜਾਂਦੇ ਆ, ਪਾਪ ਕਰਮ ਜਿਹੜੇ ਆ ਇਹਦੇ ਬਿਲਕੁਲ ਖਤਮ ਹੋ ਜਾਂਦੇ ਆ। ਕਦੇ ਵੀ ਕਿਸੇ ਪਾਪ ਕਰਮ ਦੇ ਵਿੱਚ ਪੈਰ ਨਹੀਂ ਰੱਖਦੀ ਔਰ ਫਿਰ ਇਹ ਸਿੱਧੀ ਪਰਮ ਪਿਤਾ ਪਰਮਾਤਮਾ ਦੀ ਹੀ ਸਮਰਪਣ ਭਾਵਨਾ ਦੇ ਵਿੱਚ ਰਹਿੰਦੀ ਹੈ, ਪਰਮ ਪਿਤਾ ਪਰਮਾਤਮਾ ਦੇ ਪਿਆਰ ਦੇ ਵਿੱਚ ਰਹਿੰਦੀ ਹੈ, ਪਰਮ ਪਿਤਾ ਪਰਮਾਤਮਾ ਦੇ ਮਨ ਰੱਖੀ ਹੈ ਭਾਵ ਵਾਲੀ ਗੱਲ ਬਣ ਜਾਂਦੀ ਹੈ। ਔਰ ਇਸ ਤਰ੍ਹਾਂ ਦੇ ਨਾਲ ਇਹ ਰੂਹ ਜਿਹੜੀ ਹੈ ਹਮੇਸ਼ਾ ਪਰਮ ਪਿਤਾ ਪਰਮਾਤਮਾ ਦੇ ਵਿਸ਼ੁੱਧ ਚੱਕਰ ਦੇ ਵਿੱਚ ਜਦੋਂ ਬੋਲਦੀ ਹੈ ਉਦੋਂ ਸੱਤ ਬੋਲਦੀ ਹੈ, ਕੂੜ ਕਦੇ ਨਹੀਂ ਬੋਲਦੀ, ਅਵਗੁਣ ਕਦੇ ਨਹੀਂ ਖੱਟਦੀ, ਸਦਾ ਸਦਗੁਣ ਹੀ ਖੱਟਦੀ ਹੈ, ਭਲੇ ਕਰਦੀ ਹੈ, ਪ੍ਰੇਮ ਕਰਦੀ ਹੈ, ਪ੍ਰੀਤ ਕਰਦੀ ਹੈ, ਖਿਮਾ ਕਰਦੀ ਹੈ, ਦਇਆ ਕਰਦੀ ਹੈ, ਧਰਮ ਕਰਦੀ ਹੈ, ਸੱਚ ਬੋਲਦੀ ਹੈ। ਇਸ ਤਰ੍ਹਾਂ ਦੇ ਨਾਲ ਇਹ ਰੂਹ ਸਾਡੀ ਜਿਹੜੀ ਹੈ ਹਮੇਸ਼ਾ 24 ਘੰਟੇ ਪਰਮ ਪਿਤਾ ਪਰਮਾਤਮਾ ਨਾਲ ਜੁੜੀ ਰਹਿੰਦੀ ਹੈ ਔਰ ਪਰਮ ਪਿਤਾ ਪਰਮਾਤਮਾ ਦਾ ਨਾਮ ਸਿਮਰਨ ਕਰਦੀ ਰਹਿੰਦੀ ਹੈ। ਬਹੁਤ ਲੋਕ ਕਹਿੰਦੇ ਆ ਜੀ 24 ਘੰਟੇ ਪਰਮਾਤਮਾ ਦਾ ਨਾਮ ਸਿਮਰਨ ਕੀਤਾ ਕਿਵੇਂ ਜਾ ਸਕਦਾ, ਪਰ ਅਸਲੀਅਤ ਇਹ ਹੀ ਹੈ ਕਿ ਇਸ ਤਰ੍ਹਾਂ ਦੇ ਨਾਲ ਰੂਹ ਸਾਡੀ ਜਿਹੜੀ ਹੈ 24 ਘੰਟੇ ਹੀ ਪਰਮ ਪਿਤਾ ਪਰਮਾਤਮਾ ਨੂੰ ਸਮਰਪਿਤ ਰਹਿੰਦੀ ਹੈ ਔਰ ਇਸ ਤਰ੍ਹਾਂ ਦੇ ਨਾਲ ਉਹ ਪਰਮ ਪਿਤਾ ਪਰਮਾਤਮਾ ਨਾਲ ਜੁੜੀ ਹੋਈ ਪਰਮਾਤਮਾ ਦਾ ਨਾਮ ਸਿਮਰਨ ਕਰਦੀ ਰਹਿੰਦੀ ਹੈ। ਹੁਣ ਗੁਰੂ ਸਾਹਿਬ ਕਹਿੰਦੇ ਆ ਵੀ ਇਹ ਵਿਸ਼ੁੱਧ ਚੱਕਰ ਤੋਂ ਉੱਠ ਕੇ ਜਿਹੜਾ ਹੈ ਨਾ ਫਿਰ ਗੁਰੂ ਦੀ ਕਿਰਪਾ ਹੁੰਦੀ ਹੈ ਕਿ ਸਾਡੇ ਮਸਤਕ ਦੇ ਵਿੱਚ ਆਗਿਆਕਾਰੀ ਚੱਕਰ ਹੈ, ਇਸ ਨੂੰ ਬਿੰਨ ਲੈਂਦੀ ਹੈ। ਇਸ ਆਗਿਆਕਾਰੀ ਚੱਕਰ ਨੂੰ ਜਦੋਂ ਬਿੰਦੀ ਹੈ ਉਦੋਂ ਸਾਨੂੰ ਪਰਮ ਪਿਤਾ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਪਰਮ ਪਿਤਾ ਪਰਮਾਤਮਾ ਬਹੁਤ ਨੇੜੇ ਨਹੀਂ, ਪਰਮਾਤਮਾ ਅੰਗ ਸੰਗ ਹੋ ਜਾਂਦਾ ਹੈ। ਅਸੀਂ ਪਰਮ ਪਿਤਾ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਂਦੇ ਹਾਂ। ਸਾਡੀ ਰੂਹ ਜਿਹੜੀ, ਸਾਡੀ ਜੋਤ ਜਿਹੜੀ ਹੈ ਪਰਮ ਪਿਤਾ ਪਰਮਾਤਮਾ ਦੀ ਜੋਤ ਦੇ ਵਿੱਚ ਸਮਿਲਿਤ ਹੋ ਜਾਂਦੀ ਹੈ ਔਰ ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਕਹਿੰਦੇ ਆ ਜੋ ਜਲ ਮੈਂ ਜਲ ਆਏ ਖਟਾਨਾ ਤੇ ਉਹ ਜੋਤੀ ਸੰਗ ਜੋਤ ਸਮਾਨਾ। ਇਸ ਤਰ੍ਹਾਂ ਹੀ ਗੁਰੂ ਸਾਹਿਬ ਕਹਿੰਦੇ ਆ ਕਿ ਗੁਰ ਕਿਰਪਾ ਜੇ ਨਰ ਕੋ ਕੀਨੀ ਤੇ ਇਹ ਜੁਗਤ ਪਛਾਣੀ, ਨਾਨਕ ਲੀਨ ਪਇਓ ਗੋਬਿੰਦ ਸਿਉ, ਜੋ ਪਾਣੀ ਸਿਉ ਪਾਣੀ, ਜੋ ਪਾਣੀ ਸੰਗ ਪਾਣੀ। ਤੇ ਗੁਰੂ ਸਾਹਿਬ ਕਹਿੰਦੇ ਵੀ ਇਸ ਤਰ੍ਹਾਂ ਨਾਲ ਗੁਰਮੁਖ ਰੂਹ ਨੂੰ ਪਰਮ ਪਿਤਾ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਔਰ ਗੁਰਮੁਖ ਰੂਹ ਜਿਹੜੀ ਹੈ ਪਰਮ ਪਿਤਾ ਪਰਮਾਤਮਾ ਦੀ ਪ੍ਰਾਪਤੀ ਕਰਦੀ ਹੋਈ ਉਹ ਗੁਰੂ ਦੇ ਚਰਨਾਂ ਦੇ ਵਿੱਚ ਬਿਰਾਜਮਾਨ ਹੋ ਜਾਂਦੀ ਹੈ। ਸੱਚਖੰਡ ਦੇ ਮਹਿਲ ਦੇ ਵਿੱਚ ਗੁਰੂ ਸਾਹਿਬ ਨੇ ਜਿਸ ਨੂੰ ਜਪਜੀ ਸਾਹਿਬ ਦੇ ਵਿੱਚ ਕਿਹਾ ਹੈ, ਸੱਚਖੰਡ ਵਸੇ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੇ ਖੰਡ ਮੰਡਲ ਵਰਭੰਡ, ਜੇ ਕੋ ਕਥਤ ਅੰਤ ਨਾਂਤ, ਤਿੱਥੇ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੇਂ ਤਿਵਕਾਰ, ਵੇਖੈ ਵਿਕਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਰੂਹ ਜਿਹੜੀ ਆ ਉਸ ਪਰਮ ਪਿਤਾ ਪਰਮਾਤਮਾ ਦੇ ਮਹਿਲ ਦੇ ਵਿੱਚ ਵਾਸਾ ਕਰ ਲੈਂਦੀ ਆ। ਉਸ ਨੂੰ ਉੱਥੇ ਪਰਮਾਤਮਾ ਦੀ ਕਿਰਪਾ ਨਾਲ ਜੀ ਆਇਆਂ ਆਖਿਆ ਜਾਂਦਾ ਹੈ। ਉਸ ਨੂੰ ਆਸਣ ਵਿਛਾ ਕੇ ਦਿੱਤਾ ਜਾਂਦਾ ਔਰ ਜਿੱਥੇ ਉਹ ਬੈਠ ਕੇ ਉਹ ਹਮੇਸ਼ਾ ਹੀ ਪਰਮ ਪਿਤਾ ਪਰਮਾਤਮਾ ਦੇ ਵਿੱਚ ਜੁੜੀ ਹੋਈ, ਪਰਮ ਪਿਤਾ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦੀ ਹੋਈ ਪਰਮ ਪਿਤਾ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਂਦੀ ਹੈ। ਇਸ ਦਾ ਆਵਾਗਮਨ ਜਿਹੜਾ 84 ਲੱਖ ਜੂਨੀਆਂ ਦਾ ਜਿਹੜਾ ਚੱਕਰ ਹੁੰਦਾ ਹੈ, ਇਹ ਚੱਕਰ ਇਸ ਬਿੰਨ ਲੈਂਦੀ ਹੈ। ਇਸ ਚੱਕਰ ਤੋਂ ਮਾਫੀ ਮਿਲ ਜਾਂਦੀ ਹੈ। ਮੋਕਸ਼ ਪ੍ਰਾਪਤੀ ਦੀ ਇਹ ਜਿਹਨੂੰ ਕਹਿੰਦੇ ਹੈ, ਇਸ ਨੂੰ ਮੋਕਸ਼ ਪ੍ਰਾਪਤੀ ਹੋ ਜਾਂਦੀ ਹੈ ਔਰ ਇਹ ਆਵਾਗਮਨ ਦਾ 84 ਲੱਖ ਜੂਨੀਆਂ ਦਾ ਚੱਕਰ ਜਿਹੜਾ ਇਸ ਦਾ ਇਹ ਖਤਮ ਹੋ ਜਾਂਦਾ ਔਰ ਇਸ ਤਰ੍ਹਾਂ ਦੇ ਨਾਲ ਇਹ ਪਰਮ ਪਿਤਾ ਪਰਮਾਤਮਾ ਦੇ ਦਰਸਦਾਰੇ ਕਰਦੀ ਹੋਈ ਇਹ ਰੂਹ ਜਿਹੜੀ ਹੈ ਉਸ ਪਰਮ ਪਿਤਾ ਪਰਮਾਤਮਾ ਦਾ ਸਿਮਰਨ ਕਰਦੀ ਰਹਿੰਦੀ ਹੈ। ਗੁਰੂ ਸਾਹਿਬ ਕਹਿੰਦੇ ਹੈ ਕਿ ਇਹ ਫਿਰ ਵੀ ਇਹ ਰੂਹ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਗੁਰੂ ਦੇ ਹੁਕਮ ਦੇ ਵਿੱਚ ਗੁਰੂ ਦਾ ਪ੍ਰਸਾਦ
ਪ੍ਰਾਪਤ ਕਰਦੀ ਹੋਈ ਗੁਰੂ ਦੇ ਬਚਨ ਹੀ ਬੋਲਦੀ ਹੈ। ਫਿਰ ਉਹ ਆਪਣੀ ਹਉਮੈ ਕੁਛ ਨਹੀਂ ਕਿ ਜੇ ਹੋ ਜਾਣਾ ਆਖਾ ਨਹੀਂ, ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਫਿਰ ਇਹਦੀ ਐਸੀ ਅਵਸਥਾ ਬਣ ਜਾਂਦੀ ਹੈ ਕਿ ਇਹ ਜਿਹੜੀ ਹੈ ਉਸ ਪਰਮਪਿਤਾ ਪਰਮਾਤਮਾ ਦਾ ਪ੍ਰਾਪਤੀ ਤਾਂ ਹੋ ਜਾਂਦੀ ਹੈ, ਉਸ ਰਸ ਦੇ ਵਿੱਚ ਲੀਨ ਤਾਂ ਹੋ ਜਾਂਦੀ ਹੈ, ਪਰ ਉਸ ਰਸ ਦਾ ਬਿਆਨ ਜੇ ਕਿ ਗੁਰੂ ਸਾਹਿਬ ਕਹਿੰਦੇ ਆ ਵੀ ਕਹਿਣਾ ਕਥਨ ਨਾ ਜਾਈ, ਗੋਰਾ ਇੱਕ ਦੇ ਬਜਾਈ। ਸੱਚੇ ਪਾਤਸ਼ਾਹ ਜੇ ਤੂੰ ਹੀ ਸਾਨੂੰ ਸਮਝਾ ਦੇਵੇਂ ਤੇ ਫਿਰ ਪ੍ਰਾਪਤੀ ਹੋ ਸਕਦੀ ਹੈ। ਇਸ ਤਰ੍ਹਾਂ ਦੇ ਨਾਲ ਇਹ ਰੂਹ ਕਦੇ ਵੀ ਆਪਣੀ ਮੈਂ ਨਹੀਂ ਬੋਲਦੀ। ਜਦੋਂ ਇਹ ਬ੍ਰਹਮ ਗਿਆਨੀ ਹੋ ਜਾਂਦੇ ਆ, ਗੁਰੂ ਸਾਹਿਬ ਕਹਿੰਦੇ ਆ ਬ੍ਰਹਮ ਗਿਆਨੀ ਆਪ ਪਰਮੇਸ਼ਰ, ਇਹ ਰੂਹ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਕੇ ਬ੍ਰਹਮ ਗਿਆਨੀ ਹੋ ਜਾਂਦੀ ਹੈ। ਸੰਸਾਰ ਦੇ ਵਿਚਰਦੀ ਹੋਈ ਵੀ ਫਿਰ ਕਦੇ ਵੀ ਇਹ ਹਉਮੈ ਦੇ ਬਚਨ ਨਹੀਂ ਬੋਲਦੀ। ਜੇ ਹੋ ਜਾਣਾ ਆਖਾ ਨਹੀਂ, ਕਹਿਣਾ ਕਥਨ ਨਾ ਜਾਈ। ਇਸ ਤਰ੍ਹਾਂ ਨਾਲ ਉਹ ਪਰਮਪਿਤਾ ਪਰਮਾਤਮਾ ਦੀ ਇਸ ਅਵਸਥਾ ਨੂੰ ਸਮਝਦੇ ਹੋਈ ਕਦੇ ਵੀ ਪਰਮਾਤਮਾ ਦਾ ਇਹ ਭੇਦ ਸਹੀ ਤਰੀਕੇ ਨਾਲ ਨਹੀਂ ਬਿਆਨ ਕਰ ਸਕਦੀ। ਪਰ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ, ਜਿਵੇਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਜਪਜੀ ਸਾਹਿਬ ਦੀ, ਇਹ ਬਹੁਤ ਕਰੜਾ ਸਾਰ ਹੈ। ਪਰ ਫਿਰ ਵੀ ਗੁਰੂ ਨਾਨਕ ਦੇਵ ਜੀ ਨੇ ਜੋ ਪਰਮਾਤਮਾ ਨੇ ਗੁਰੂ ਨਾਨਕ ਦੇਵ ਜੀ ਨੂੰ ਦਿਖਾ ਦਿੱਤਾ, ਉਹੀ ਸਾਨੂੰ ਗੁਰੂ ਸਾਹਿਬ ਨੇ ਜਪਜੀ ਸਾਹਿਬ ਦੇ ਵਿੱਚ ਦਰਜ ਕਰਕੇ ਸਮਝਾ ਦਿੱਤਾ ਕਿ ਭਾਈ ਪਰਮਪਿਤਾ ਪਰਮਾਤਮਾ ਦੇ ਸਥਾਨ ਦੀ, ਸੱਚਖੰਡ ਦੀ ਐਸੀ ਅਵਸਥਾ ਹੈ। ਗੁਰੂ ਸਾਹਿਬ ਕਹਿੰਦੇ ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਉਹ ਆਪਣੇ ਜੀਵਾਂ ਨੂੰ ਕਰ ਕਰਕੇ ਵੇਖਦਾ ਹੈ, ਨਦਰ ਨਿਹਾਲ ਕਰ ਕਰਕੇ ਵੇਖਦਾ, ਬਖਸ਼ਾਂ ਦੇ ਦੇ ਕੇ ਵੇਖਦਾ, ਕਰਮ ਦੇ ਦੇ ਕੇ ਵੇਖਦਾ, ਔਰ ਉਹ ਗੁਰੂ ਦੀ ਕਿਰਪਾ ਨਾਲ ਕਰ ਕਰ ਵੇਖੈ ਨਦਰ ਨਿਹਾਲ। ਤਿੱਥੇ ਖੰਡ ਮੰਡਲ ਵਰਭੰਡ, ਗੁਰੂ ਸਾਹਿਬ ਕਹਿੰਦੇ ਆ ਉੱਥੇ ਖੰਡ ਮੰਡਲ ਆਕਾਸ਼ ਮੰਡਲ, ਖੰਡ ਧਰਤੀ, ਜਿੱਥੇ ਖੰਡ ਮੰਡਲ ਵਰਭੰਡ, ਜੇ ਕੋ ਕਥਾ ਹੈ ਤਾਂ ਅੰਤ ਨਾ ਅੰਤ। ਜੇ ਕੋਈ ਇਹਨਾਂ ਦੀ ਬਿਆਨ ਕਹਿਣਾ ਚਾਹਵੇ ਨਾ ਸੱਚਖੰਡ ਦੀ, ਤੇ ਕਹਿ ਨਹੀਂ ਸਕਦਾ। ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਵੀ ਕਹਿੰਦੇ ਆ, ਅਤੇ ਅਸੀਂ ਤਾਂ ਕੀ ਆ, ਅਸੀਂ ਗੁਰੂ ਦੀ ਕਿਰਪਾ ਦੇ ਵਿੱਚ, ਗੁਰੂ ਦੀ ਪ੍ਰਾਪਤੀ ਨਾਲ, ਗੁਰੂ ਦੀ ਬਖਸ਼ਿਸ਼ ਨਾਲ ਜਿੰਨਾ ਕੁ ਜਾਣ ਸਕਦੇ ਹਾਂ ਉਹਨਾਂ ਕੁ ਅਸੀਂ ਬੋਲ ਸਕਦੇ ਹਾਂ। ਇਹ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ। ਤਿੱਥੇ ਖੰਡ ਮੰਡਲ ਵਰਭੰਡ, ਜੇ ਕੋ ਕਥਾ ਤਾਂ ਅੰਤ ਨਾ। ਤਿੱਥੇ ਲੋ ਲੋ ਆਕਾਰ, ਉੱਥੇ ਰੂਹਾਂ ਦਾ ਆਕਾਰ ਜਿਹੜਾ ਹੈ ਉਹ ਲੋ ਪ੍ਰਕਾਸ਼ ਰੂਪ ਦੀਆਂ ਰੂਹਾਂ ਹੈ, ਪ੍ਰਕਾਸ਼ ਰੂਪ ਦੀਆਂ ਰੂਹਾਂ ਉੱਥੇ ਜਿਹੜੀਆਂ ਵਾਸਾ ਕਰਦੀਆਂ ਸੱਚਖੰਡ ਦੇ ਵਿੱਚ। ਤਿੱਥੇ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੇਂ ਤਿਵਕਾਰ, ਜਿਵੇਂ ਉਹਨਾਂ ਨੂੰ ਹੁਕਮ ਹੁੰਦਾ ਉਹ ਉਵੇਂ ਹੀ ਕਰਮ ਕਰਦੀਆਂ। ਜੇ ਪਰਮਾਤਮਾ ਚਾਹਵੇ ਤੇ ਸੰਸਾਰ ਦੇ ਵਿੱਚ ਵਾਪਸ ਭੇਜ ਕੇ ਉਹਨਾਂ ਨੂੰ ਸੰਤ ਰੂਪ ਦੇ ਕੇ ਸੰਸਾਰ ਦਾ ਭਲਾ ਕਰਨ ਵਾਸਤੇ ਭੇਜ ਦਿੰਦਾ ਹੈ। ਜੇ ਉਹ ਚਾਹਵੇ ਤੇ ਉਸ ਸਥਾਨ ਦੇ ਉੱਤੇ ਬੈਠ ਕੇ ਆਸਨ ਦੇ ਕੇ ਨਾਮ ਸਿਮਰਨ ਕਰਨ ਦੀ ਬਖਸ਼ਿਸ਼ ਦੇ ਦਿੰਦਾ ਹੈ। ਜੇ ਉਹ ਪਰਮਪਿਤਾ ਪਰਮਾਤਮਾ ਚਾਹਵੇ ਤੇ ਉਸ ਰੂਹ ਨੂੰ ਆਪਣੀ ਜੋਤ ਦੇ ਵਿੱਚ ਅਭੇਦ ਕਰਕੇ ਹਮੇਸ਼ਾ ਲਈ ਆਵਾਗਮਨ ਜਿਹੜਾ ਉਸ ਦਾ ਖਤਮ ਕਰ ਦਿੰਦਾ ਹੈ। ਵਰਨਾ ਇਹ ਰੂਹਾਂ ਜਿਹੜੀਆਂ ਸੱਚਖੰਡ ਦੇ ਦੁਆਰੇ ਦੇ ਉੱਤੇ ਬੈਠ ਕੇ ਪਰਮਪਿਤਾ ਪਰਮਾਤਮਾ ਦੀ ਸ਼ਰਨ ਦੇ ਵਿੱਚ ਜੋਤ ਸਰੂਪ ਹੋ ਕੇ ਪਰਮਪਿਤਾ ਪਰਮਾਤਮਾ ਦਾ ਨਾਮ ਸਿਮਰਨ ਕਰਦੀਆਂ ਰਹਿੰਦੀਆਂ, ਪਰਮਪਿਤਾ ਪਰਮਾਤਮਾ ਦੇ ਦਰਸ਼ਨ ਕਰਦੀਆਂ। ਜੈਸੇ ਜੈਸੇ ਹੁਕਮ ਪਰਮਪਿਤਾ ਪਰਮਾਤਮਾ ਉਹਨਾਂ ਨੂੰ ਬਖਸ਼ਦਾ, ਉਹ ਵੈਸੇ ਹੀ ਕਾਰ ਕਰਦੀਆਂ। ਇਸ ਤਰ੍ਹਾਂ ਦੀ ਅਵਸਥਾ ਸਾਡੀ ਬਣ ਜਾਂਦੀ ਹੈ। ਅਸੀਂ ਵੀ ਜਦੋਂ ਇਸ ਅਵਸਥਾ ਦੇ ਵਿੱਚ ਪਹੁੰਚ ਕੇ ਸੱਚਖੰਡ ਦੇ ਦੁਆਰੇ ਦੇ ਉੱਤੇ ਪਹੁੰਚਾਂਗੇ, ਅਸੀਂ ਵੀ ਪਰਮਪਿਤਾ ਪਰਮਾਤਮਾ ਦੇ ਦਰਸ਼ਦਾਰੇ ਕਰ ਸਕਦੇ ਹਾਂ। ਭਾਈ ਇਹ ਅਵਸਥਾ ਹੈ, ਸਾਨੂੰ ਗੁਰੂ ਸਾਹਿਬ ਨੇ ਕਿਹਾ ਕਿ ਇੱਕ ਦੂਜੀ ਭੋ ਲੱਖ ਹੋਏ, ਲੱਖ ਹੋਵੇ ਲੱਖ ਵੀਸ। ਇਸ ਤਰ੍ਹਾਂ ਦੀ ਅਵਸਥਾ ਦੇ ਵਿੱਚ ਜਦੋਂ ਅਸੀਂ ਨਾਮ ਸਿਮਰਨ ਕਰਦੇ ਕਰਦੇ ਇਹਨਾਂ ਕੁੰਡਲਨੀ ਜਿਹੜੀ ਸਾਡੀ ਸ਼ਕਤੀ ਹੈ, ਜੀਵਨ ਸਾਡੀ ਸ਼ਕਤੀ ਜਿਹੜੀ ਹੈ, ਸਾਡੀ ਜੀਵਨ ਹੈ, ਸਾਡੀ ਜੋਤ ਰੂਪ ਹੈ, ਜੋਤ ਸਰੂਪ ਰੂਪ ਹੈ, ਰੂਹ ਹੈ ਜਿਹੜੀ, ਉਹ ਜਿਹੜੀ ਹੈ ਨਾਭੀ ਤੋਂ ਉੱਪਰ ਉੱਠ ਕੇ ਸਭ ਦ੍ਰਿਸ਼ਟਾਂਤ ਆਪਣਾ ਮੌਤ ਦਾ ਭੈ ਆਪਣੇ ਆਪ ਨੂੰ ਸਮਝਦੀ ਹੋਈ ਕਿ ਮੈਂ ਕੌਣ ਹਾਂ, ਉਹਨੂੰ ਇਹ ਗਿਆਨ ਹੋ ਜਾਂਦਾ ਕਿ ਮੈਂ ਪਰਮਾਤਮਾ ਦੀ ਹੀ ਅੰਸ਼ ਹਾਂ, ਮੈਨੂੰ ਪਰਮਾਤਮਾ ਦੀ ਹੀ ਪ੍ਰਾਪਤੀ ਹੋਣੀ ਹੈ, ਮੈਂ ਪਰਮਾਤਮਾ ਨਾਲ ਹੀ ਜਾ ਕੇ ਮਿਲਨ ਕਰਨਾ ਹੈ। ਇਸ ਨੂੰ ਮੌਤ ਦਾ ਭੈ ਫਿਰ ਖਤਮ ਹੋ ਜਾਂਦਾ ਹੈ। ਮੌਤ ਇਸ ਨੂੰ ਡਰਾ ਨਹੀਂ ਸਕਦੀ, ਇਸ ਨੂੰ ਮੌਤ ਮਾਰ ਨਹੀਂ ਸਕਦੀ। ਇਹ ਮਾਰਿਆ ਹੋਇਆ ਜੀਵਤ ਹੋ ਕੇ ਫਿਰ ਜੀਵਨ ਪ੍ਰਾਪਤ ਕਰਕੇ ਪਰਮਾਤਮਾ ਦੀ ਜਾਗਦੀ ਜੋਤ ਸਰੂਪ ਹੋ ਕੇ ਪਰਮਪਿਤਾ ਪਰਮਾਤਮਾ ਦੀ ਸ਼ਰਨ ਦੇ ਵਿੱਚ ਪਰਮਾਤਮਾ ਦੇ ਨਾਲ ਜੋਤ ਦੇ ਦਰਸ਼ਦਾਰੇ ਕਰਦੀ ਹੋਈ, ਜਾਂ ਪਰਮਾਤਮਾ ਦੇ ਵਿੱਚ ਅਭੇਦ ਹੁੰਦੀ ਹੋਈ, ਜਾਂ ਪਰਮਾਤਮਾ ਦੇ ਹੁਕਮ ਨਾਲ ਜੋ ਪਰਮਾਤਮਾ ਇਸ ਨੂੰ ਆਗਿਆ ਬਖਸ਼ਦਾ ਹੈ, ਸੰਸਾਰ ਦੇ ਵਿੱਚ ਜੋ ਵੀ ਸੰਸਾਰ ਦੇ ਵਿੱਚ ਪਰਮਾਤਮਾ ਇਸ ਨੂੰ ਕਰਮ ਬਖਸ਼ਦਾ ਹੈ, ਉਹ ਕਰਦੀ ਹੋਈ ਜਿਹੜੀ ਆ ਉਹ ਪਰਮਪਿਤਾ ਪਰਮਾਤਮਾ ਦੀ ਸ਼ਰਨ ਦੇ ਵਿੱਚ ਰਹਿੰਦੀ ਹੈ। ਐਸੇ ਮਹਾਂਪੁਰਖ ਜਿਹੜੇ ਆ ਪਰਮਾਤਮਾ ਵੱਲੋਂ ਘੱਲੇ ਹੋਏ ਆਉਂਦੇ ਆ, ਔਰ ਪਰਮਾਤਮਾ ਦੇ ਹੁਕਮ ਨਾਲ ਇਹਨਾਂ ਨੂੰ ਸੰਸਾਰ ਦਾ ਕੋਈ ਵੀ ਅਵਗੁਣ ਜਿਹੜਾ ਹੈ, ਸੰਸਾਰ ਦੀ ਜਿਹੜੀ ਮਾਇਆ ਜਿਹੜੀ ਹੈ ਉਹ ਨਹੀਂ ਸਕਦੀ। ਇਹ ਹਮੇਸ਼ਾ ਪਰਮਪਿਤਾ ਪਰਮਾਤਮਾ ਦੀ ਸ਼ਰਨ ਦੇ ਵਿੱਚ ਪਰਮਾਤਮਾ ਦੇ ਨਾਮ ਨਾਲ, ਪਰਮਾਤਮਾ ਨਾਲ ਜੁੜੇ ਰਹਿੰਦੇ ਆ, ਔਰ ਪਰਮਪਿਤਾ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਆਉਂਦੇ ਆ, ਪਰਮਪਿਤਾ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਇਹ ਕਰਮ ਕਰਦੇ ਆ, ਔਰ ਪਰਮਪਿਤਾ ਪਰਮਾਤਮਾ ਦੀ
ਕਿਰਪਾ ਦੁਆਰਾ ਹੀ ਇਹ ਵਾਪਸ ਉਸ ਦੇ ਚਰਨਾਂ ਦੇ ਵਿੱਚ ਬਿਰਾਜਮਾਨ ਹੋ ਜਾਂਦੇ ਆ ਔਰ ਪਰਮਪਿਤਾ ਪਰਮਾਤਮਾ ਦੇ ਦਰਸ਼ਨ ਕਰਦੇ ਆ। ਤੋ ਸਾਧ ਸੰਗਤ ਜੀ ਇੰਨੀਆਂ ਵਿਚਾਰਾਂ ਕਰਦੇ ਹੋਏ ਸ਼ਾਮਾਂ ਦਾ ਜਾਚਕ ਹੈ ਦਾਸ, ਜੋ ਗੁਰੂ ਨੇ ਸੁਮਤ ਬਖਸ਼ੀ, ਜੋ ਗੁਰੂ ਨੇ ਬੁਲਾਇਆ, ਦਾਸ ਨੇ ਉਹ ਆਪ ਜੀ ਨੂੰ ਬੋਲ ਕੇ ਸਮਝਾ ਦਿੱਤਾ। ਪਰ ਦਾਸ ਕੋਲ ਕੋਈ ਜ਼ੋਰ ਨਹੀਂ ਹੈ। ਜੇ ਪਰਮਪਿਤਾ ਪਰਮਾਤਮਾ ਦੀ ਕਿਰਪਾ ਨਾ ਹੋਵੇ, ਗੁਰ ਕਿਰਪਾ ਜੇ ਨਰ ਕੋ ਕੀਨੀ, ਤੇ ਇਹ ਜੁਗਤ ਪਛਾਣੀ, ਗੁਰੂ ਦੀ ਕਿਰਪਾ ਨਾਲ ਹੀ ਭਾਈ ਅਸੀਂ ਤੁਹਾਨੂੰ ਬੋਲ ਕੇ ਕੁਝ ਸਮਝਾ ਸਕਦੇ ਹਾਂ। ਤੋ ਇੰਨੀਆਂ ਵਿਚਾਰਾਂ ਕਰਦੇ ਹੋਏ ਦਾਸ ਸ਼ਾਮਾਂ ਦਾ ਜਾਚਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।